ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਇਸ ਵੇਲੇ ਜਿਨ੍ਹਾਂ ਰਾਜਸੀ ਪਰਿਸਥਿਤੀਆਂ 'ਚੋਂ ਲੰਘ ਰਿਹਾ ਹੈ, ਤਾਂ ਇਸ ਗੱਲ ਦੇ ਬੜੇ ਚਰਚਾ ਹੈ ਕਿ ਇਸ ਸਰਕਾਰ ਨੂੰ ਚਲਾਉਣ ਦੇ ਲਈ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਾਉਣ ਦੇ ਲਈ ਦੋ ਜਿਹੜੇ ਹੈ ਪਾਵਰ ਸੈਂਟਰ ਬਣੇ ਹੋਏ ਆ। ਇੱਕ ਪਾਵਰ ਸੈਂਟਰ ਦਿੱਲੀ ਹੈ, ਇੱਕ ਪੰਜਾਬ 'ਚ ਹੈ। ਤੇ ਇੱਕ ਫੈਸਲਾ ਜੇ ਦਿੱਲੀ ਸਰਕਾਰ ਦਾ ਹੁੰਦਾ ਤਾਂ ਦਿੱਲੀ ਪਾਵਰ ਸੈਂਟਰ ਦਾ ਹੁੰਦਾ, ਤਾਂ ਦੂਸਰਾ ਜਿਹੜਾ ਹੈ ਉਹ ਪੰਜਾਬ ਦੇ ਪਾਵਰ ਸੈਂਟਰ ਦਾ ਹੁੰਦਾ। ਪਰ ਅਸੀਂ ਦੇਖਦੇ ਹਾਂ ਕਿ ਉਹਨਾਂ ਸਾਰੇ ਦੌਰ ਦੇ ਵਿੱਚ ਜਿਸ ਤਰ੍ਹਾਂ ਦਾ ਟਕਰਾਅ ਦੋਨਾਂ ਵਿੱਚ ਚੱਲ ਰਿਹਾ ਹੈਗਾ, ਬੇਸ਼ੱਕ ਇਹ ਗੱਲ ਅਜੇ ਉਸ ਤਰ੍ਹਾਂ ਬਾਹਰ ਨਹੀਂ ਆਈ, ਪਰ ਜਿਹੜੇ ਵੀ ਫੈਸਲੇ ਸਾਹਮਣੇ ਆ ਰਹੇ ਆ ਉਹ ਫੈਸਲੇ ਇਹਨਾਂ ਗੱਲਾਂ ਵੱਲ ਹੀ ਸੰਕੇਤ ਕਰਦੇ ਆ ਕਿ ਦੋ ਥਾਵਾਂ ਦੇ ਉੱਤੇ ਜਿਹੜੇ ਆ ਪੰਜਾਬ ਦੀ ਕਿਸਮਤ ਦੇ, ਪੰਜਾਬ ਦੀ ਹੋਣੀ ਦੇ, ਪੰਜਾਬ ਦੇ ਨਾਲ ਕੀ ਵਾਪਰਨਾ ਉਹਦੇ ਫੈਸਲੇ ਹੋ ਰਹੇ। ਤਾਂ ਉਹਨਾਂ ਫੈਸਲਿਆਂ ਦੀ ਰੌਸ਼ਨੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਰਕਾਰ ਦੇ ਵਿੱਚ ਵੀ ਉਸ ਕਿਸਮ ਦਾ ਤਾਲਮੇਲ ਨਹੀਂ ਹੈ। ਇਸ ਦਾ ਤਾਜ਼ਾ ਉਦਾਹਰਨ ਅਸੀਂ ਦੇਖਦੇ ਹਾਂ ਕਿ ਫਰੀਦਕੋਟ ਦੇ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਹੈ, ਉੱਥੇ ਜਿਹੜੀ ਘਟਨਾ ਵਾਪਰੀ ਹੈ ਤੇ ਜਿਸ ਤਰ੍ਹਾਂ ਮੰਤਰੀ ਨੇ ਵਿਵਹਾਰ ਕੀਤਾ ਤੇ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਫੀ ਮੰਗਣੀ ਪਈ ਹੈ। ਔਰ ਉਸ ਦੇ ਨਾਲ ਹੀ ਉਹਨਾਂ ਦੇ ਇੱਕ ਹੋਰ ਮੰਤਰੀ ਫੌਜਾ ਸਿੰਘ ਨੇ ਵੀ ਕਿਹਾ ਕਿ ਮੈਂ ਜਿਹੜੇ ਮੰਤਰੀ ਨੇ ਉੱਥੇ ਜੋ ਕੁਛ ਕੀਤਾ, ਸਿਹਤ ਮੰਤਰੀ ਨੇ, ਉਸ ਦੇ ਲਈ ਮੈਂ ਮਾਫੀ ਮੰਗਦਾ। ਪਰ ਅਜੇ ਤੱਕ ਜਿਹੜਾ ਸਿਹਤ ਮੰਤਰੀ ਹੈ ਉਹਦੇ ਵੱਲੋਂ ਮਾਫੀ ਕਿਸੇ ਤਰ੍ਹਾਂ ਦੀ ਨਾ ਤਾਂ ਮੰਗੀ ਗਈ ਹੈ, ਪਰ ਹੁਣ ਗੱਲ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਮੰਗ ਕਰ ਦਿੱਤੀ ਹੈ ਕਿ ਉਹ ਮੰਤਰੀ ਜਿਹੜਾ ਹੈ ਅਸਤੀਫਾ ਦੇਵੇ, ਜਿਸ ਨੇ ਉੱਥੇ ਜੋ ਵੀਸੀ ਨਾਲ ਵਿਵਹਾਰ ਕੀਤਾ ਉਸ ਦੇ ਕਾਰਨ। ਇੱਕ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹੈ ਪੰਜਾਬ ਸਰਕਾਰ ਨੇ, ਉਹ ਕਿਸੇ ਨਾ ਕਿਸੇ ਤਰ੍ਹਾਂ ਵਿਵਾਦਾਂ 'ਚ ਘਿਰੇ ਰਹੇ ਹੈ। ਚਾਹੇ ਉਹ ਚੀਫ ਸੈਕਟਰੀ ਨੂੰ ਬਦਲਣ ਦਾ ਮਾਮਲਾ, ਚਾਹੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਮਾਮਲਾ, ਚਾਹੇ ਉਹ ਡੀਜੀਪੀ ਨੂੰ ਬਦਲਣ ਦਾ ਮਾਮਲਾ। ਇਹ ਸਾਰੀ ਜਿਹੜੀ ਸਥਿਤੀ ਬਣੀ ਹੈ, ਇਸ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਜਿਹੜੇ ਦੋ ਪਾਵਰ ਸੈਂਟਰ ਹੈ ਉਸ ਦਾ ਪੰਜਾਬ ਨੂੰ ਕੀ ਨੁਕਸਾਨ ਹੋ ਰਿਹਾ ਤੇ ਰਾਜਸੀ ਤੌਰ ਤੇ ਪੰਜਾਬ ਦੀ ਸਥਿਤੀ ਕਿਸ ਦਿਸ਼ਾ ਵੱਲ ਨੂੰ ਜਾ ਰਹੀ ਹੈ। ਇਸ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਪਾਲ ਛੇਤਰਾ ਜੀ, ਜਿਹੜੇ ਕਿ ਬੜਾ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇ ਉਤਰਾਵਾਂ ਚੜਾਵਾਂ ਨੂੰ ਦੇਖ ਰਹੇ ਆ। ਲਗਭਗ 3.5 ਦਹਾਕੇ ਹੋ ਗਏ ਜਦੋਂ ਤੋਂ ਉਹ ਲਗਾਤਾਰ ਜੋ ਵੀ ਪੰਜਾਬ 'ਚ ਵਾਪਰਿਆ, ਚਾਹੇ ਉਹ ਅਕਾਲੀਆਂ ਦੇ ਸਿਆਸਤ 'ਚ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦੇ ਸਿਆਸਤ 'ਚ ਹੋਵੇ, ਚਾਹੇ ਕਾਂਗਰਸ 'ਚ ਹੋਵੇ, ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਜਿਸ ਢੰਗ ਨਾਲ ਉਹ ਕੰਮ ਕਰ ਰਹੀ ਹੈ ਉਸ ਨੂੰ ਉਹ ਬੜਾ ਨੇੜਿਓਂ ਦੇਖ ਰਿਹਾ ਹੈ। ਜਸਪਾਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਮੇਰੇ ਵੱਲੋਂ ਬਹੁਤ-ਬਹੁਤ ਤੁਹਾਡੇ ਸਾਰੇ ਦਰਸ਼ਕਾਂ ਨੂੰ ਜਿਹੜਾ ਹੈ ਪਿਆਰ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ। ਤੇ ਜਸਪਾਲ ਜੀ, ਜਿਸ ਤਰ੍ਹਾਂ ਦੋ ਪਾਵਰ ਸੈਂਟਰ ਦੀ ਗੱਲ ਹੋ ਰਹੀ ਹੈ ਔਰ ਅਸੀਂ ਦੇਖਦੇ ਹਾਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਜਦੋਂ ਸਥਿਤੀ ਬਣਦੀ ਰਹੀ ਹੈ, ਜਦੋਂ ਵੀ ਇਸ ਤਰ੍ਹਾਂ ਦਾ ਪ੍ਰਭਾਵ ਗਿਆ ਹੈ ਪੰਜਾਬ ਦੇ ਵਿੱਚ ਕਿ ਦਿੱਲੀ ਤੋਂ ਪੰਜਾਬ ਦੀ ਸਰਕਾਰ ਨੂੰ ਚਲਾਉਣ ਦਾ ਯਤਨ ਹੋ ਰਿਹਾ ਹੈ ਜਾਂ ਹਾਈ ਕਮਾਂਡ ਤੋਂ ਚਲਾਉਣ ਦਾ ਯਤਨ ਹੋ ਰਿਹਾ, ਤਾਂ ਪੰਜਾਬ ਨੇ ਉਸ ਨੂੰ ਚੰਗਾ ਨਹੀਂ ਸਮਝਿਆ ਤੇ ਪੰਜਾਬ ਨੇ ਉਸ ਤੇ ਆਪਣਾ ਪ੍ਰਤੀਕਰਮ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਢੰਗ ਨਾਲ ਦਿੱਤਾ ਵੀ ਹੈਗਾ। ਤੇ ਤੁਸੀਂ ਇਸ ਸਾਰੀ ਸਥਿਤੀ ਦੇ ਬਾਰੇ ਕੀ ਸੋਚਦੇ ਹੋ? ਦੇਖੋ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਗੱਲ ਜਦੋਂ ਤੋਂ ਸਰਕਾਰ ਬਣੀ ਹੈ, ਇਹ ਤਾਂ ਸਰਕਾਰ ਬਣਨ ਤੋਂ ਪਹਿਲਾਂ ਵੀ ਜਦੋਂ ਇਹ ਇੱਦਾਂ ਦਾ ਲੱਗਣਾ ਸ਼ੁਰੂ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਇਦ ਪੰਜਾਬ 'ਚ ਬਣ ਸਕਦੀ ਹੈ। ਪਿਛਲੀ ਇਲੈਕਸ਼ਨ ਦੇ ਵਿੱਚ ਵੀ ਇੱਦਾਂ ਦੀ ਸੰਭਾਵਨਾ ਬਣੀ ਸੀ। ਸੋ ਉਹਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਆਮ ਆਦਮੀ ਪਾਰਟੀ ਦਾ, ਉਹਦੇ ਤੋਂ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਇਹ ਜਿਹੜੀ ਸਮੱਸਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਆਉਣ ਵਾਲੀ ਹੈ। ਵੈਸੇ ਤਾਂ ਸਾਰੀਆਂ ਹੀ ਜਿਹੜੀਆਂ ਦਿੱਲੀ ਤੋਂ ਜਾਂ ਕੇਂਦਰ ਤੋਂ ਚੱਲਦੀਆਂ ਪਾਰਟੀਆਂ, ਉਹਨਾਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਕੋਆਰਡੀਨੇਸ਼ਨ ਹੈ ਉਹ ਕਿਵੇਂ ਕੀਤਾ ਜਾਵੇ। ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਕਿਸੇ ਦੀ ਪਾਰਟੀ ਦੀ, ਉਹ ਸਟੇਟ ਦੀ ਲੀਡਰਸ਼ਿਪ ਨਾਲ ਕਿਸ ਤਰ੍ਹਾਂ ਦੇ ਤਾਲਮੇਲ ਨਾਲ ਕੰਮ ਕਰੇ। ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਜਿਹੜੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਜਿਹੜੀ ਕੇਂਦਰੀ ਪਾਰਟੀ, ਜਾਂ ਅਕਾਲੀ ਦਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕੇਂਦਰਤ ਪਾਰਟੀ ਹੈ। ਉਹ
ਸਾਰੀ ਦੀ ਸਾਰੀ ਜਿਹੜੀ ਉਹਨਾਂ ਦੀ ਜਿਹੜਾ ਹੈ ਪੂਰਾ ਦਾ ਪੂਰਾ ਦਾਰੋਮਦਾਰ ਪੰਜਾਬ ਦੇ ਉੱਤੇ ਹੈ, ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਬੈਠੀ ਹੈ। ਸੋ ਉਹਨਾਂ ਦੇ ਵਿੱਚ ਇਦਾਂ ਦੀ ਪ੍ਰੋਬਲਮ ਇਸ ਕਰਕੇ ਨਹੀਂ ਆਉਂਦੀ, ਪਰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵਿੱਚ ਇਹ ਪ੍ਰੋਬਲਮ ਕਿਤੇ ਨਾ ਕਿਤੇ ਥੋੜੀ ਬਹੁਤ ਆਉਂਦੀ ਹੈ। ਅਸੀਂ ਜਦੋਂ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਕੋਆਰਡੀਨੇਸ਼ਨ ਕਮੇਟੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੀਤੀ ਜਦੋਂ ਸਰਕਾਰ ਸੀ ਬਣਾਈ ਸੀ ਦਿੱਲੀ ਤੋਂ, ਕਿ ਜਿਹੜੇ ਅਸੀਂ ਵਾਅਦੇ ਕੀਤੇ ਆ, ਜਿਹੜੇ ਅਸੀਂ ਚੋਣ ਮਨੋਰਥ ਪੱਤਰ ਦੇ ਵਿੱਚ ਜੋ ਗੱਲਾਂ ਕੀਤੀਆਂ ਨੇ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਕੈਪਟਨ ਸਾਹਿਬ ਦੀ ਜਿਹੜਾ ਰੁਤਬਾ ਸੀ ਸਿਆਸੀ ਜਾਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ, ਉਹਨਾਂ ਨੇ ਖਾਸ ਉਹਦੇ ਵੱਲ ਕਦੇ ਧਿਆਨ ਨਹੀਂ ਦਿੱਤਾ, ਨਾ ਹੀ ਉਹਨਾਂ ਦੀ ਗੱਲ ਸੁਣੀ ਹੈ। ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਹਮੇਸ਼ਾ ਕੰਮ ਕੀਤਾ। ਸੋ ਇਹ ਸਮੱਸਿਆ ਉਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਉਸ ਤਰ੍ਹਾਂ ਨਹੀਂ ਆਈ ਸੀ। ਪਰ ਜਿਸ ਤਰ੍ਹਾਂ ਦਾ ਕੰਮ ਕਰਨ ਦਾ ਤਰੀਕਾ ਕੇਜਰੀਵਾਲ ਹੋਣਾ ਦਾ ਹੈ ਜਾਂ ਉਹਨਾਂ ਦੀ ਟੀਮ ਦਾ ਹੈ, ਉਹ ਸਾਰਾ ਦਾ ਸਾਰਾ ਕਿਉਂਕਿ ਪ੍ਰੀ ਪਲਾਨਡ ਕਰਕੇ ਚੀਜ਼ਾਂ ਨੂੰ ਪ੍ਰੋਪਰ ਵੇ ਨਾਲ ਕਰਨਾ ਚਾਹੁੰਦੇ ਆ। ਪਾਲਿਸੀ ਮੈਟਰ ਹੈ ਜਿਹੜੇ ਉਹ ਵੀ ਦਿੱਲੀ ਤੋਂ ਬੈਠ ਕੇ ਫੈਸਲੇ ਉਹਨਾਂ ਦੀ ਜਿਹੜੀ ਹੈ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਇੱਕ ਏਜੰਡਾ ਬੇਸਡ ਜਿਹੜਾ ਹੈ। ਸਿਰਫ ਦਿੱਲੀ ਤੋਂ ਫੈਸਲੇ ਨਹੀਂ ਜਸਪਾਲ ਜੀ, ਦਿੱਲੀ ਦਾ ਜਿਹੜਾ ਮਾਡਲ ਹੈ ਉਸ ਨੂੰ ਹੀ ਹੂਬਹੂ ਇੱਥੇ ਲਿਆਉਣਾ ਚਾਹੁੰਦੇ ਆ। ਹਾਂ ਬਿਲਕੁਲ, ਉਹਦੇ ਵਿੱਚ ਪ੍ਰੋਬਲਮ ਇਹੀ ਪਈ ਹੁੰਦੀ ਹੈ ਇਦਾਂ ਦੇ ਜਦੋਂ ਤਾਲਮੇਲ ਦੇ ਵਿੱਚ ਪ੍ਰੋਬਲਮ ਤਾਂ ਕਈ ਲੈਵਲ ਤੇ ਪਈਆਂ ਹੁੰਦੀਆਂ, ਪਰ ਸਾਰਿਆਂ ਨਾਲੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਜਿਹੜੀ ਕਿ ਕਿਸੇ ਵੀ ਇਲਾਕੇ ਦੀਆਂ ਕਿਸੇ ਵੀ ਖਿੱਤੇ ਦੀਆਂ ਜ਼ਰੂਰਤਾਂ ਜਿਹੜੀਆਂ ਡੇ ਟੂ ਡੇ ਹਿਸਾਬ ਨਾਲ ਵੀ ਤੇ ਲੰਮੇ ਸਮੇਂ ਦੀਆਂ ਵੀ ਹੁੰਦੀਆਂ, ਉਹ ਲੋਕਲ ਲੈਵਲ ਦੇ ਉੱਤੇ ਪਈਆਂ ਹੁੰਦੀਆਂ। ਸੋ ਕਿਤੇ ਦਿੱਲੀ ਤੋਂ ਬੈਠ ਕੇ ਕੋਈ ਵੀ ਜਿਹੜੀ ਕੋਸ਼ਿਸ਼ ਹੈ, ਸਰਕਾਰਾਂ ਦੀ ਵੀ ਅਸੀਂ ਦੇਖਦੇ ਹਾਂ, ਉਹ ਇੱਕ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਦਿੱਲੀ ਤੋਂ ਬੈਠ ਕੇ ਜਾਂ ਕਿਸੇ ਵੀ ਕੇਂਦਰ ਤੋਂ ਬੈਠ ਕੇ ਛੋਟੇ ਛੋਟੇ ਜਿਹੜੇ ਇਲਾਕੇ ਆ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਦੇਖ ਸਕਦੇ। ਸੋ ਇੱਕ ਤਾਂ ਇਹ ਕੁਦਰਤੀ ਪ੍ਰੋਬਲਮ, ਸੁਭਾਵਿਕ ਪ੍ਰੋਬਲਮ ਸਿਸਟਮ ਦੀ ਪਈ ਹੋਈ ਹੈ। ਸੋ ਜਿਹੜਾ ਹੁਣ ਤਕਰਾਰ ਜਿਹੜਾ ਵਧਿਆ ਹੈ ਉਹ ਇਸ ਕਰਕੇ ਵੀ ਹੈ ਕਿਉਂਕਿ 2 ਪਾਵਰ ਸੈਂਟਰ ਪੰਜਾਬ ਦੇ ਵਿੱਚ ਜਿਹੜੇ ਬਣ ਗਏ, ਇੱਕ ਰਾਘਵ ਚੱਡਾ ਜਿਹੜੇ ਕਿ ਦਿੱਲੀ ਦੇ ਨੁਮਾਇੰਦੇ ਨੇ, ਦਿੱਲੀ ਦੀ ਜਿਹੜੀ ਕੇਂਦਰੀ ਪਾਰਟੀ ਉਹਦੇ ਨੁਮਾਇੰਦੇ ਨੇ, ਦੂਜੇ ਪਾਸੇ ਭਗਵੰਤ ਮਾਨ ਹੈ। ਹਾਲਾਂਕਿ ਭਗਵੰਤ ਮਾਨ ਵੀ ਕਿਸੇ ਤਰ੍ਹਾਂ ਨਾਲ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਤੋਂ ਵੱਖ ਹੈ ਜਾਂ ਉਹਨਾਂ ਤੋਂ ਕੋਈ ਕਿਸੇ ਤਰ੍ਹਾਂ ਨਾਲ ਵੱਖਰੇਵਾਂ ਰੱਖਦੇ ਆ। ਹਾਲੇ ਤੱਕ ਇਦਾਂ ਦਾ ਸਾਹਮਣਾ ਤਾਂ ਨਹੀਂ ਅਸੀਂ ਕੀਤਾ, ਕੋਈ ਇਦਾਂ ਦਾ ਮਸਲਾ ਵੱਡੇ ਲੈਵਲ ਤੇ ਨਹੀਂ ਬਣਿਆ, ਪਰ ਹੁਣ ਛੋਟੀਆਂ ਛੋਟੀਆਂ ਗੱਲਾਂ ਜ਼ਰੂਰ ਦੇਖਣ ਨੂੰ ਮਿਲ ਰਹੀਆਂ। ਜਿਵੇਂ ਤੁਸੀਂ ਵੀਸੀ ਦੀ ਗੱਲ ਕੀਤੀ ਹੈ, ਜਿਹੜੀ ਮੈਡੀਕਲ ਯੂਨੀਵਰਸਿਟੀ ਦੇ, ਇਹੀ ਇੱਕ ਐਡੀ ਵੱਡੀ ਘਟਨਾ ਹੈ ਕਿ ਭਗਵੰਤ ਮਾਨ ਹੋਣੀ ਮਾਫੀ ਵੀ ਮੰਗ ਰਹੇ ਹੈ, ਇਹ ਵੀ ਕਹਿ ਰਹੇ ਹੈ ਕਿ ਜਿਹੜਾ ਇਹ ਜੋ ਕੁਝ ਹੋਇਆ ਮੰਦਭਾਗਾ, ਤੇ ਉਹਨਾਂ ਨੇ ਵੀਸੀ ਦੀ ਤਾਰੀਫ ਵੀ ਕੀਤੀ ਹੈ ਕਿ ਬਹੁਤ ਵਧੀਆ ਡਾਕਟਰ ਨੇ। ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਸਿਹਤ ਮੰਤਰੀ ਜਿਹੜਾ ਹੈ ਉਹਨਾਂ ਦਾ, ਉਹ ਜਿਵੇਂ ਜਾ ਕੇ ਉਹਨੇ ਛਾਪਾ ਮਾਰਿਆ, ਛਾਪਾ ਮਾਰਨਾ ਵੀ ਕੋਈ ਚਲੋ ਇੱਕ ਨਵੀਂ ਪਾਰਟੀ ਹੈ, ਨਵਾਂ ਇੱਕ ਜੋਸ਼ ਹੈ, ਉਹਨੂੰ ਉਸ ਸੈਂਸ ਦੇ ਵਿੱਚ ਵੀ ਲਈਏ ਕਿ ਚਲੋ ਮਾੜੀ ਗੱਲ ਨਹੀਂ ਹੈ, ਕਿਉਂਕਿ ਜਿਹੜਾ ਬਿਊਰੋਕਰੈਟਿਕ ਸੈਟਅਪ ਬਣਿਆ ਹੋਇਆ ਉਹਦੇ ਉੱਤੇ ਚੁਣੇ ਹੋਏ ਨੁਮਾਇੰਦਿਆਂ ਦਾ ਇੱਕ ਤਰ੍ਹਾਂ ਨਾਲ ਥੋੜ੍ਹਾ ਬਹੁਤ ਪ੍ਰਭਾਵ ਬਣਾਉਣ ਦੀ ਗੱਲ ਹੈ। ਉਹਦੇ 'ਚ ਮੈਂ ਉਹਨੂੰ ਕੋਈ ਜ਼ਿਆਦਾ ਮਾੜੀ ਗੱਲ ਨਹੀਂ ਦੇਖਦਾ। ਪਰ ਉਹਦੇ ਵਿੱਚ ਮਾੜਾ ਪੱਖ ਇਹ ਹੈ ਕਿ ਜਦੋਂ ਤੁਸੀਂ ਜਾਂਦੇ ਆ, ਜਦੋਂ ਉਹਨੂੰ ਫੋਟੋ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਮੀਡੀਆ ਨੂੰ ਨਾਲ ਲੈ ਕੇ ਜਾਂਦੇ ਆ, ਤੇ ਫਿਰ ਤੁਸੀਂ ਜਾ ਕੇ ਉਹਦੇ ਉੱਤੇ ਤੁਸੀਂ ਇਹ ਵੀ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿ ਤੁਸੀਂ ਸਿਹਤ ਮੰਤਰੀ ਆਪ ਹੋ। ਜੇ ਗੱਦੇ ਫਟੇ ਹੋਏ ਆ ਜਾਂ ਜੇ ਉੱਥੇ ਕੋਈ ਪ੍ਰੋਬਲਮ ਹੈ ਜਾਂ ਉੱਥੇ ਕਿਸੇ ਵੀ ਹਸਪੀਟਲ ਪੰਜਾਬ ਦੇ ਵਿੱਚ, ਤਾਂ ਸਾਰਿਆਂ ਨਾਲੋਂ ਵੱਡੀ ਜ਼ਿੰਮੇਵਾਰੀ ਤਾਂ ਸਿਹਤ ਮੰਤਰੀ ਦੀ ਆਪਣੀ ਬਣਦੀ ਹੈ। ਵੀ ਜਿਹੜੇ ਗੱਦੇ ਨੂੰ ਦਿਖਾ ਕੇ ਉਹਨਾਂ ਨੇ ਵੀਸੀ ਨੂੰ ਉਹਦੇ ਉੱਤੇ ਪੈਣ ਲਈ ਕਿਹਾ, ਸੋ ਉਹਨਾਂ ਨੇ ਇਹ ਵੀ ਨਹੀਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਜੇ ਕੋਈ ਉਹ ਗਏ ਆ ਸਿਹਤ ਮੰਤਰੀ ਸਰਵੇ ਸਰਵਾ ਹੈਗੇ ਆ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ, ਉਹ ਕਿਸੇ ਵੀ ਵੀਸੀ ਨੂੰ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਸੀ, ਇਨਸਪੈਕਸ਼ਨ ਕਰ ਸਕਦੇ ਸੀ, ਉਹਦਾ ਜਿਹੜਾ ਹੈ ਜੋ ਵੀ ਉਹਦਾ ਹੱਲ ਸਾਰੇ ਮਾਮਲੇ ਦੀ ਜਾਂਚ ਹੋ ਸਕਦੀ ਸੀ, ਜਾਂਚ ਹੋ ਸਕਦੀ ਸੀ। ਪਰ ਸਾਰਿਆਂ ਨਾਲੋਂ ਵੱਡਾ ਇਹਦੇ 'ਚ ਸਵਾਲ ਇਹ ਵੀ ਹੈ ਕਿ ਜਿਹੜੇ ਵੀਸੀ ਨੇ ਗੱਦੇ ਜਿਹੜੇ ਆ ਆਪਣੀ ਜੇਬ 'ਚੋਂ ਤਾਂ ਬਦਲਣੇ ਨਹੀਂ ਹੁੰਦੇ, ਜਾਂ ਕਿਸੇ ਵੀ ਹਸਪੀਟਲ ਦੇ ਵਿੱਚ ਜੋ ਸਹੂਲਤਾਂ ਨੇ ਉਹ ਵੀਸੀ ਨੇ ਆਪਣੀ ਜੇਬ 'ਚੋਂ ਤਾਂ ਨਹੀਂ ਲਿਆਉਣੀਆਂ ਹੁੰਦੀਆਂ। ਉਹਨਾਂ ਨੇ ਸਰਕਾਰ ਦਾ ਬਜਟ ਹੈ, ਇੱਕ ਲੰਮਾ ਚੌੜਾ ਦਾਰੋਮਦਾਰ ਤਰੀਕਾ ਹੈ ਸਰਕਾਰ ਦਾ ਕੰਮ ਕਰਨ ਦਾ। ਉਹਨਾਂ ਨੇ ਡਾਕਟਰ ਰਾਜ ਬਹਾਦਰ ਉਹਨਾਂ ਨੇ ਇਹ ਗੱਲ ਵੀ ਕਹੀ ਉੱਥੋਂ ਦੇ ਜਿਹੜੇ ਵੀਸੀ ਨੇ ਕਿ ਉਹਨਾਂ ਨੇ ਇਹ ਸਾਰੇ ਕੁਝ ਲਈ ਆਰਡਰ ਦਿੱਤਾ ਹੋਇਆ ਤੇ ਆਰਡਰ ਆਉਣ ਨੂੰ ਟਾਈਮ ਲੱਗਦਾ। ਉਹਨਾਂ ਦਾ ਕਹਿਣਾ ਇਹ ਹੈ ਕਿ ਕੋਈ ਵੀ ਚੀਜ਼ ਤੁਸੀਂ ਜੇ ਪੈਨਸਲ ਵੀ ਮੰਗਾਉਣੀ ਹੋਵੇ ਤਾਂ ਉਹਨੂੰ 9 ਮਹੀਨੇ ਲੱਗ ਜਾਂਦੇ ਆ। ਹਾਂ ਬਿਲਕੁਲ, ਇਹ ਹਾਸੋਹੀਣੀ ਸਥਿਤੀ ਇਹ ਹੈ ਕਿ ਤੁਹਾਡੀ ਇਹ ਉਵੇਂ ਗੱਲ ਹੈ ਕਿ ਤੁਸੀਂ ਟੀਮ ਦੇ ਕੈਪਟਨ ਹੋ, ਤੁਸੀਂ ਆਪਣੀ ਟੀਮ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਇਦਾਂ ਜਿਹੜਾ ਤੁਸੀਂ ਪਬਲਿਕਲੀ ਜਦੋਂ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਹੀ ਹਿਊਮਿਲੇਟ ਕਰ ਰਹੇ ਹੋ। ਹਾਲਾਂਕਿ ਜਿਵੇਂ ਨੈਰੇਟਿਵ ਬਿਲਡ ਕੀਤਾ ਗਿਆ, ਸਾਨੂੰ ਪਤਾ ਹੀ ਹੈ ਕਿ ਉਹ ਵੀ ਬੜੀ ਹਾਸੋਹੀਣੀ ਗੱਲ ਹੈ ਕਿ ਜਿਹੜੇ ਮਿਨਿਸਟਰ ਹੈ ਉਹਨਾਂ ਦਾ ਆਈਟੀ ਸੈੱਲ ਹੈ ਜਿਹੜਾ, ਜਿਵੇਂ ਅਸੀਂ ਦੇਖਦੇ ਹਾਂ ਰਾਘਵ ਚੱਡਾ ਦਿੱਲੀ ਨੇ ਜਿਹੜਾ ਆਈਟੀ ਸੈੱਲ ਬਿਠਾਇਆ ਹੋਇਆ,
ਉਹ ਕੁਝ ਹੋਰ ਗੱਲਾਂ ਕਰ ਰਿਹਾ, ਭਗਵੰਤ ਮਾਨ ਹੋਣੀ ਜਿਹੜੇ ਗੱਲਾਂ ਕੁਝ ਹੋਰ ਕਰ ਰਹੇ ਆ। ਸੋ ਇੱਕ ਤਰ੍ਹਾਂ ਨਾਲ ਕਲੀਅਰਲੀ ਇਹ ਦਿਖਾਈ ਦੇ ਰਿਹਾ ਕਿ ਨਾ ਤਾਂ ਇਹਨਾਂ ਨੂੰ ਮੁੱਦਿਆਂ ਦੀ ਸਮਝ ਹੈ, ਨਾ ਉਹਨਾਂ ਨੂੰ ਇਹ ਸਮਝ ਹੈ ਕਿ ਜੇ ਸੁਧਾਰ ਵੀ ਕਰਨਾ ਹੈ ਉਹਦਾ ਕੀ ਤਰੀਕਾ ਹੋਣਾ ਚਾਹੀਦਾ, ਕੀ ਤੁਸੀਂ ਉਹਨੂੰ ਕਿਵੇਂ ਸਿਸਟਮ ਨੂੰ, ਕਿਉਂਕਿ ਤੁਸੀਂ ਉਸੇ ਸਿਸਟਮ ਨੂੰ ਵਰਤ ਕੇ ਹੀ ਸੁਧਾਰ ਕਰਨਾ। ਰਾਤੋਂ ਰਾਤ ਤੁਸੀਂ ਨਾ ਤਾਂ ਵੀਸੀ ਬਦਲ ਸਕਦੇ ਆ, ਰਾਤੋਂ ਰਾਤ ਨਾ ਅਫਸਰਸ਼ਾਹੀ ਬਦਲ ਸਕਦੇ ਆ, ਨਾ ਪੁਲਿਸ ਬਦਲ ਸਕਦੇ ਆ। ਸੋ ਉਸੇ ਜਿਹੜਾ ਹੈ ਟੀਮ ਨੂੰ ਨਾਲ ਲੈ ਕੇ ਕੰਮ ਕਰਨਾ, ਉਹਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰ ਜੇ ਤੁਸੀਂ ਉਸੇ ਟੀਮ ਨੂੰ ਵੀ ਇਦਾਂ ਆਪਣੀ ਪਬਲਿਸਿਟੀ ਸਟੰਟ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰੋਗੇ, ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਪਾਵਰ ਸੈਂਟ ਦੀ ਅਸੀਂ ਗੱਲ ਕੀਤੀ ਹੈ, ਉਹ ਹੁਣ ਇਹਦੇ ਨਾਲ ਦੁਬਾਰਾ ਤੋਂ ਇੱਕ ਵਾਰੀ, ਪਹਿਲਾਂ ਜਦੋਂ ਏਜੀ ਜਿਹੜੇ ਸਿੱਧੂ ਸਾਹਿਬ ਹੈ ਉਹਨਾਂ ਨੇ ਵੀ 3 ਮਹੀਨੇ ਦੇ ਬਾਅਦ ਅਚਾਨਕ ਹੀ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਮੇਰੇ ਤਾਂ ਚਲੋ ਨਿੱਜੀ ਕਾਰਨ ਹੈ। ਕਿੰਨੇ ਕੁ ਨਿੱਜੀ ਹੁੰਦੇ ਸਾਨੂੰ ਸਾਰਿਆਂ ਨੂੰ ਪਤਾ, ਜਦੋਂ ਕੋਈ ਵੀ ਮੈਚਿਓਰ ਇੱਦਾਂ ਦੀ ਅਹੁਦਿਆਂ ਦੇ ਉੱਤੇ ਬੰਦੇ ਜਾਂਦੇ ਆ, ਕੋਈ ਵੀ ਇਹ ਨਹੀਂ ਕਹਿੰਦਾ ਕਿ ਮੈਨੂੰ ਹਟਾਇਆ ਗਿਆ ਜਾਂ ਮੈਨੂੰ ਮਜਬੂਰੀ ਸੀ, ਕੋਈ ਇੱਦਾਂ ਹੀ ਕਹਿਣਾ ਹੁੰਦਾ। ਪਰ ਸਾਨੂੰ ਸਾਰਿਆਂ ਨੂੰ ਪਤਾ ਹੈ। ਫਿਰ ਨਵਾਂ ਏਜੀ ਬਣਾਇਆ, ਉਹ ਇੱਕ ਚਲੋ ਵੱਖਰਾ ਵਿਸ਼ਾ ਹੈ, ਉਹ ਉਹਦੇ ਤੇ ਨਹੀਂ ਜਾਂਦੇ। ਨਹੀਂ, ਪਰ ਇੱਕ ਉਹਦੇ ਤੇ ਵੀ ਜਸਪਾਲ ਜੀ ਬੜਾ ਵਾਦ ਵਿਵਾਦ ਹੈ ਕਿ ਹੁਣ ਤੱਕ ਜਿੰਨੇ ਵੀ ਸਰਕਾਰ ਵਿਰੁੱਧ ਕੇਸ ਹੈ, ਚਾਹੇ ਉਹ ਡੇਰਾ ਸੱਚਾ ਸੌਦਾ ਦਾ ਹੈ, ਚਾਹੇ ਹੋਰ ਕੇਸ ਨੇ, ਉਹ ਸਾਰੇ ਚ ਵਕੀਲ ਉਹ ਹੈ ਰਿਹਾ ਸਰਕਾਰ ਦੇ ਖਿਲਾਫ। ਹਾਂ, ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਜਿਹੜੀ ਸਾਡੇ ਵਕੀਲ ਭਾਈਚਾਰਾ ਹੈ, ਉਹਨਾਂ ਨੇ ਉਹਨੂੰ ਇੱਦਾਂ ਕਹਿਣ ਦੀ, ਜਾਂ ਸਰਕਾਰ ਦਾ ਵੀ ਇੱਕ ਪੱਖ ਇਹ ਆਇਆ ਹੈ ਕਿ ਦੇਖੋ ਜੀ, ਉਹ ਤਾਂ ਪ੍ਰੋਫੈਸ਼ਨਲ ਵਕੀਲ ਹੈ, ਉਹਨੇ ਤਾਂ ਮੌਕੇ ਦੇ ਹਿਸਾਬ ਨਾਲ ਫੈਸਲਾ ਕਰਨਾ ਹੁੰਦਾ, ਤੱਥਾਂ ਦੇ ਆਧਾਰ ਤੇ ਫੈਸਲਾ ਕਰਨਾ ਹੁੰਦਾ। ਪਰ ਇਹਦੇ 'ਚ ਕਨਫਲਿਕਟ ਆਫ ਇੰਟਰਸਟ ਤੇ ਸਾਫ਼ ਪਿਆ ਹੋਇਆ ਵੀ ਜਦੋਂ ਤੁਸੀਂ ਪਹਿਲਾਂ ਕਿਸੇ ਮੁਵੱਕਲ ਨੂੰ ਪਹਿਲਾਂ ਰਿਪਰੈਜ਼ੈਂਟ ਕਰ ਚੁੱਕੇ ਹੋ, ਤਾਂ ਹੁਣ ਉਹਦੇ ਵਿਰੁੱਧ ਕਿਵੇਂ ਤੁਸੀਂ ਸਰਕਾਰ ਦੀ ਨੁਮਾਇੰਦਗੀ ਕਰੋਗੇ? ਇਹ ਤਾਂ ਕਲੀਅਰ ਕੱਟ ਹੈ। ਜਿੰਨਾ ਮਰਜ਼ੀ ਇਹ ਕਹੀ ਜਾਣ ਜੀ ਪ੍ਰੋਫੈਸ਼ਨਲ ਹੈ, ਇੱਦਾਂ ਦਾ ਕੁਛ ਨਹੀਂ ਹੈ। ਪਰ ਉਹ ਇਹ ਸਾਨੂੰ ਨੂੰ ਪਤਾ ਕਿ ਜੱਜ ਵੀ ਆਪਣੇ ਆਪ ਨੂੰ ਰੈਸਕਿਊ ਕਰਦੇ ਆ। ਅਸੀਂ ਦੇਖ ਹੀ ਰਹੇ ਹਾਂ ਮਜੀਠੀਆ ਵਾਲੇ ਕੇਸ ਦੇ ਵਿੱਚ ਵਾਰ-ਵਾਰ ਜੱਜ ਰੈਸਕਿਊ ਕਰ ਰਹੇ ਇਹ ਕਹਿ ਕੇ। ਸੋ ਇਹ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ ਉਹਦੇ ਵਿੱਚ ਵੀ ਪਿਆ ਹੋਇਆ। ਸੋ ਉਹ ਵੀ ਗੱਲ ਉਹੀ ਹੈ ਕਿ ਇਹਦਾ ਮਤਲਬ ਜਿਹੜੇ 2 ਪਾਵਰ ਸੈਂਟਰ ਹੈ, ਇਹ ਅਨਮੋਲ ਜਿਹੜੇ ਸਿੱਧੂ ਸਾਹਿਬ ਹੈ, ਉਹਨਾਂ ਨੂੰ ਭਗਵੰਤ ਮਾਨ ਹੋਣਾ ਨੇ ਅਪੁਆਇੰਟ ਕੀਤਾ ਸੀ। ਸੋ ਉਹਨਾਂ ਨੂੰ ਹਟਾ ਕੇ ਜਾਂ ਉਹਨਾਂ ਨੂੰ ਹਟਣ ਲਈ ਮਜਬੂਰ ਕਰਕੇ ਜਿਹੜਾ ਘਈ ਸਾਹਿਬ ਨੂੰ ਲਿਆਂਦਾ ਗਿਆ, ਉਹ ਦਿੱਲੀ ਦੀ ਟੀਮ ਨੇ ਲਿਆਂਦਾ। ਇਹ ਤਾਂ ਹੁਣ ਸਪਸ਼ਟ ਹੀ, ਇਹਦੇ 'ਚ ਕੋਈ ਦੋ ਰਾਵਾਂ ਹੀ ਨਹੀਂ ਹੈ। ਹੁਣ ਦਿੱਲੀ ਦੀ ਟੀਮ ਦੀ ਜਿਹੜੀ ਮੈਂ ਗੱਲ ਅੱਗੇ ਕਹੀ ਆ, ਉਹ ਕੰਟੈਕਸਟ ਨੂੰ ਨਹੀਂ ਸਮਝ ਰਿਹਾ ਚੀਜ਼ਾਂ ਨੂੰ, ਜਾਂ ਸਮਝਣਾ ਨਹੀਂ ਚਾਹ ਰਹੇ ਵੀ ਤੁਸੀਂ ਬਰਗਾੜੀ ਦਾ ਜਿਹੜਾ ਹੈ ਮਸਲਾ, ਜਿਹੜਾ ਲੰਮਾ ਚੌੜਾ ਸਾਨੂੰ ਸਾਰਿਆਂ ਨੂੰ ਪਤਾ, ਉਹਦੇ ਇਤਿਹਾਸ 'ਚ ਨਾ ਜਾਈਏ। ਸੋ ਉਹ ਜਿਹੜਾ ਅੱਗੇ ਜੇ ਉਸ ਪਾਸੇ ਵਧਣਾ ਇਨਸਾਫ ਵਾਲੇ ਪਾਸੇ, ਤਾਂ ਸਾਨੂੰ ਜਿਹੜਾ ਡੇਰਾ ਸੱਚਾ ਸੌਦਾ ਵਾਲਾ ਸਾਰੇ ਜਿਹੜੇ ਕੇਸ ਹੈ ਉਹਦੇ ਵਿੱਚ ਜਾਣਾ ਪਊਗਾ। ਸੋ ਜਿਹੜੇ ਇਹਨਾਂ ਨੇ ਨਵੇਂ ਏਜੀ ਲਾਏ ਹੈ, ਉਹ ਪਹਿਲਾਂ ਡੇਰਾ ਸੱਚਾ ਸੌਦਾ ਨੂੰ ਵੀ ਰਿਪਰੈਜ਼ੈਂਟ ਕਰ ਸਕੇ। ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਏਜੀ ਨੂੰ ਲੈ ਕੇ ਜਦੋਂ ਜਿਹੜਾ ਹਟਾਉਣਾ ਪੈ ਗਿਆ ਸੀ ਇਸੇ ਇਸ਼ੂ ਦੇ ਉੱਤੇ, ਕਿਉਂਕਿ ਉਦੋਂ ਵੀ ਜਿਹੜੇ ਏਪੀਐਸ ਦਿਓਲ ਸੀ, ਉਹਨਾਂ ਦੇ ਵੀ ਇਦਾਂ ਦੇ ਕਨਫਲਿਕਟ ਆਫ ਇੰਟਰਸਟ ਦੀ ਗੱਲ ਤੇ ਸਰਕਾਰ ਨੂੰ ਉਹਨਾਂ ਨੂੰ ਹਟਾਉਣਾ ਪੈ ਗਿਆ ਸੀ। ਸੋ ਪਾਵਰ ਸੈਂਟਰ ਦੀ ਜਿਹੜੀ ਗੱਲ ਕਰ ਰਹੇ ਆ, ਇਹ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਦਿਨੋਂ ਦਿਨ ਇਹ ਗੱਲ ਜਿਹੜੀ ਹੈ ਸਪਸ਼ਟ ਹੋ ਰਹੀ ਹੈ। ਉਹਦੇ ਨਾਲ ਕਿਤੇ ਨਾ ਕਿਤੇ ਜਸਪਾਲ ਜੀ ਇਹ ਵੀ ਲੱਗ ਰਿਹਾ ਹੈ ਕਿ ਤਾਲਮੇਲ ਦੀ ਵੀ ਘਾਟ ਹੈ ਕਿ ਵੀ ਜਦੋਂ ਵੀ ਕੋਈ ਕੰਮ ਕੀਤਾ ਜਾਂਦਾ, ਉਹਦੀ ਪਹਿਲਾਂ ਡੂੰਘਾਈ 'ਚ ਜਾਇਆ ਨਹੀਂ ਜਾਂਦਾ, ਉਹਦਾ ਅੱਗਾ ਪਿੱਛਾ ਨਹੀਂ ਦੇਖਿਆ ਜਾਂਦਾ, ਤਾਂ ਫੈਸਲੇ ਜਿਹੜੇ ਆ ਉਹ ਲੈ ਲਏ ਜਾਂਦੇ ਆ, ਇੱਕ ਧਿਰ ਵੱਲੋਂ, ਇੱਕ ਸੈਂਟਰ ਵੱਲੋਂ ਲੈ ਜਾਂਦੇ ਆ। ਤਾਂ ਉਹ ਜਦੋਂ ਬਾਅਦ 'ਚ ਉਹਦਾ ਵਾਦ ਵਿਵਾਦ ਬਣਦਾ ਤੇ ਫਿਰ ਉਹਨਾਂ ਫੈਸਲਿਆਂ ਤੇ ਫਿਰ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਜਾਂਦੀ ਹੈ। ਦੇਖੋ, ਸਰਕਾਰ ਦਾ ਕੰਮ ਕਰਨ ਦਾ ਤਰੀਕਾ ਜਿਵੇਂ ਇਹ ਹੈ ਕਿ ਰੋਜ਼ ਦੀ ਰੋਜ਼ ਜਿਹੜਾ ਹੈ, ਜਿਹੜੀਆਂ ਸੁਰਖੀਆਂ ਨੂੰ ਕਿਵੇਂ ਮੈਨੇਜ ਕਰਨਾ ਅਖਬਾਰਾਂ ਜਾਂ ਟੀਵੀ ਚੈਨਲਾਂ ਦੀਆਂ, ਇਹ ਇੱਕ ਉਹਨਾਂ ਦਾ ਜਿਹੜਾ ਹੈ ਇੱਕ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਉਹਦੇ ਤੇ ਸਰਕਾਰ ਦਾ ਜਿਹੜਾ ਦਾਰੋਮਦਾਰ ਹੈ ਉਹਦੇ ਤੇ ਖੜਾ ਹੋਇਆ। ਸੋ ਉਹਦੇ ਕਰਕੇ ਜਦੋਂ ਪਲਾਨ ਕਰਦੇ ਆ ਹਰ ਰੋਜ਼ ਕੋਈ ਨਾ ਕੋਈ ਇੱਦਾਂ ਦਾ ਜਿਹੜਾ ਮਸਲਾ ਹੈ, ਇਸ਼ੂ ਹੈ, ਸੋ ਉਹਦੇ ਚੋਂ ਹੀ ਪ੍ਰੋਬਲਮ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਨਹੀਂ, ਜਦੋਂ ਹੁਣ ਤੁਸੀਂ ਦੇਖੋ ਜਸਪਾਲ ਜੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਡਾਕਟਰਾਂ ਦੀ ਸਾਰੇ ਏਡੀ ਵੱਡੀ ਜਥੇਬੰਦੀ ਹੈ, ਉਸ ਜਥੇਬੰਦੀ ਨੇ ਅਲਟੀਮੇਟਮ ਦਿੱਤਾ ਹੈਗਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਨੂੰ, ਕਿ ਉਹ ਮੰਤਰੀ ਜਿਹੜਾ ਹੈ ਅਸਤੀਫਾ ਦੇਵੇ ਜਿਸ ਸਿਹਤ ਮੰਤਰੀ ਨੇ ਉੱਥੇ ਦੁਰਵਿਵਹਾਰ ਕੀਤਾ ਹੈ ਵੀਸੀ ਦੇ ਨਾਲ। ਤਾਂ ਹੁਣ ਉਹ ਸਥਿਤੀ ਇੱਥੇ ਆਣ ਕੇ ਖੜ ਗਈ ਹੈ ਕਿ ਉਹ ਸਾਰੀ ਟਕਰਾਅ ਵੱਲ ਵੱਧ ਰਹੀ ਹੈ। ਔਰ ਇੱਕ ਪਾਸੇ ਤਾਂ ਇਹ ਹੈ, ਦੂਸਰੇ ਪਾਸੇ ਕਿਸਾਨ ਵੀ ਸੜਕਾਂ ਦੇ ਦੁਆਰਾ ਆ ਗਏ, ਉਹਨਾਂ ਨੇ ਅੱਜ ਰੇਲਾਂ ਵੀ ਰੋਕੀਆਂ ਆਪਣੀਆਂ ਮੰਗਾਂ ਦੇ ਲਈ। ਸੋ ਕਹਿਣ ਭਾਵ ਇਹ ਹੈ ਕਿ ਸਾਰੇ ਪਾਸੇ ਤੇ ਜੇ ਅਸੀਂ ਦੇਖੀਏ ਤਾਂ ਉਧਰ ਭਗਵੰਤ ਮਾਨ ਦੀ ਜਿਹੜੀ ਕੋਠੀ ਹੈ, ਜਿੱਥੇ ਪਿੰਡ ਹੈ ਉਹਦਾ,
ਉੱਥੇ ਵੀ ਜਿਹੜੇ ਬੇਰੁਜ਼ਗਾਰ ਬੈਠੇ ਹੋਏ ਆ ਉਹਨਾਂ ਤੇ ਵੀ ਰੋਜ਼ ਜਿਹੜੀ ਹੈ ਉਹਨਾਂ ਨਾਲ ਪੁਲਿਸ ਨਾਲ ਉਹਨਾਂ ਦਾ ਤਣਾਅ ਬਣਦਾ, ਟਕਰਾਅ ਬਣਦਾ। ਸੋ ਮਤਲਬ ਆਸੇ-ਪਾਸੇ ਅਸੀਂ ਸਾਰੇ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਹੈ ਉਹ ਤਾਲਮੇਲ ਦੀ ਨਾ ਹੋਣ ਕਰਕੇ ਤਾਂ ਉਹ ਸਾਰੇ ਪਾਸੇ ਹੀ ਖਲਾਰਾ ਜਿਹਾ ਪਿਆ ਲੱਗਦਾ। ਉਹੀ ਤਾਂ ਮੈਂ ਕਹਿ ਰਿਹਾ ਕਿ ਜਿਹੜਾ ਵੀਸੀ ਵਾਲਾ ਮਾਮਲਾ ਇਹਨਾਂ ਨੇ ਹਾਸੋ ਹੀ ਨਾ ਬਣਾ ਦਿੱਤਾ ਕਿ ਜੇ ਵੀਸੀ ਚੰਗਾ ਕੰਮ ਨਹੀਂ ਕਰ ਲਿਆ, ਮੰਨ ਲਓ ਕਿ ਜਿਵੇਂ ਕਿ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਸਿਹਤ ਮੰਤਰੀ ਆ ਉੱਥੇ ਜਾ ਕੇ ਛਾਪਾ ਮਾਰ ਕੇ ਕਹਿੰਦੇ ਆ ਕਿ ਤੁਸੀਂ ਆਪ ਆ ਫਟੇ ਹੋਏ ਗੱਦੇ ਤੇ ਪਾਓ। ਉਹਦੇ ਜਿਹੜੇ ਡਿਟੇਲ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਸਾਫ਼ ਦਿਖਾਈ ਦੇ ਰਿਹਾ ਵੀ ਤੁਹਾਡਾ ਆਪਣਾ ਲਾਇਆ ਹੋਇਆ ਜਾਂ ਆਪਣਾ ਸਰਕਾਰ ਦਾ ਨੁਮਾਇੰਦਾ ਹੀ ਹੁੰਦਾ, ਇੱਕ ਵੀਸੀ ਉਸ ਸੰਸਥਾ ਦਾ ਮੁਖੀ ਹੈ। ਤੁਸੀਂ ਉਹਦੇ ਕੋਲ ਜਾ ਕੇ ਜਿਹੜਾ ਜਲੂਸ ਆਪਣਾ ਹੀ ਕੱਢ ਰਹੇ ਹੋ, ਜੇ ਤੁਸੀਂ ਉਹਨੂੰ ਜਾ ਕੇ ਉੱਥੇ ਜੋ ਵੀ ਹੈ, ਹੁਣ ਉਹਨੂੰ ਨੈਰੇਟਿਵ ਵੀ ਐਂ ਬਿਲਡ ਕੀਤਾ ਜਾ ਰਿਹਾ ਕਿ ਦੇਖੋ ਜੀ ਆਮ ਲੋਕ ਤਾਂ ਹਸਪੀਟਲ ਦੇ ਵਿੱਚ ਬੜੇ ਦੁਖੀ ਸੀ, ਉਹਨਾਂ ਦੀਆਂ ਪ੍ਰੋਬਲਮ ਸੋਲਵ ਨਹੀਂ ਸੀ ਹੋ ਰਹੀਆਂ, ਡਾਕਟਰ ਉੱਥੋਂ ਮਿਲਦੇ ਨਹੀਂ ਹੈ। ਇਹ ਪ੍ਰੋਬਲਮ ਸਾਰੇ ਜਗ੍ਹਾ ਕਾਮਨ ਪ੍ਰੋਬਲਮ ਹਰ ਸਰਕਾਰੀ ਅਦਾਰੇ ਦੀ ਹੈਗੀ ਹੈ, ਇਹਦੇ ਸਾਰਿਆਂ ਨੂੰ ਪਤਾ। ਹੁਣ ਗੱਲ ਤੇ ਇਹ ਹੈ ਵੀ ਸਰਕਾਰ, ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਸਰਕਾਰ ਹੁਣ ਸਾਡੀ ਹੈ। ਜੇ ਉਹਨਾਂ ਨੂੰ ਇੰਨਾ ਪਤਾ ਹੁੰਦਾ ਸਿਹਤ ਮੰਤਰੀ ਨੂੰ ਕਿ ਮੈਂ ਆਪ ਮੰਤਰੀ ਹਾਂ ਤੇ ਸਾਡੀ ਹੀ ਸਰਕਾਰ ਹੈ, ਸਾਡਾ ਲਾਇਆ ਹੋਇਆ ਵੀਸੀ ਹੈ, ਸਾਡੇ ਹਸਪਤਾਲ ਹੈ, ਜੇ ਉਹਦੇ 'ਚ ਕੋਈ ਪ੍ਰੋਬਲਮ ਹੈ ਸਾਨੂੰ ਉਹ ਸੋਲਵ ਕਰਨੀ ਪੈਣੀ ਹੈ। ਤੇ ਉਹ ਵੀ ਲੋਕਾਂ ਨੂੰ, ਜਿਵੇਂ ਦੁਖੀ ਹੁੰਦੇ ਆ ਲੋਕ ਇੱਦਾਂ ਦੇ ਮਸਲਿਆਂ 'ਚ, ਉਹ ਵੀ ਤੁਸੀਂ ਵੀਸੀ ਵਰਸਸ ਲੋਕ ਬਣਾ ਰਹੇ ਹੋ, ਉੱਥੇ ਕੁਝ ਹੋਰ ਅਮਲਾ ਫੈਲਾ ਹੈ। ਉਹ ਇੱਦਾਂ ਦੀਆਂ ਖਬਰਾਂ ਵੀ ਆ ਰਹੀਆਂ ਕਿ ਇਹ ਪਹਿਲਾਂ ਤੋਂ ਪ੍ਰੀ ਪਲਾਨਡ ਸਾਰਾ ਕੁਝ ਸੀ, ਉੱਥੋਂ ਦਾ ਕੋਈ ਲੋਕਲ ਐਮਐਲਏ ਹੈ। ਨਹੀਂ, ਉਹ ਇਸ ਤਰ੍ਹਾਂ ਉੱਥੇ ਜਸਪਾਲ ਜੀ ਮੁਲਾਜ਼ਮ ਜਿਹੜੇ ਆ ਗੁਰੂ ਗੋਬਿੰਦ ਸਿੰਘ ਜਿਹੜਾ ਕਾਲਜ ਹੈ, ਮੈਡੀਕਲ ਕਾਲਜ, ਉਹ ਵੀ ਹੜਤਾਲ ਤੇ ਚੱਲ ਰਹੇ ਆ, ਉਹ ਵੀਸੀ ਦੇ ਖਿਲਾਫ ਬੋਲ ਰਹੇ ਆ। ਇਸ ਤਰ੍ਹਾਂ ਹੀ ਹੁਣ ਜਿਹੜਾ ਡਾਕਟਰਾਂ ਦੀ ਜਥੇਬੰਦੀ ਆ ਉਹਨੇ ਦੂਸਰੇ ਪਾਸੇ ਅਲਟੀਮੇਟਮ ਦੇ ਦਿੱਤਾ ਹੈ। ਤੀਸਰੇ ਪਾਸੇ ਜਿਹੜਾ ਸਿਹਤ ਮੰਤਰੀ ਆ ਉਹ ਅਜੇ ਤੱਕ ਉਸ ਘਟਨਾ ਤੋਂ ਬਾਅਦ ਚੁੱਪ ਹੈ, ਉਸਨੇ ਅਜੇ ਤੱਕ ਮੂੰਹ ਨਹੀਂ ਖੋਲ੍ਹਿਆ। ਔਰ ਨਾਲ ਦੀ ਨਾਲ ਜਿਹੜੇ ਭਗਵੰਤ ਮਾਨ ਹੋਣੀ ਹੈ ਉਹਨਾਂ ਦੀ ਸਥਿਤੀ ਤੁਸੀਂ ਪਹਿਲਾਂ ਹੀ ਆਪ ਵੀ ਦੱਸੀ ਹੈਗੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਮਾਫੀ ਮੰਗੀ ਹੈਗੀ ਹੈ ਉਹਨਾਂ ਤੋਂ। ਹੂੰ। ਤਾਂ ਮੈਂ ਇਹ ਉਹੀ ਗੱਲ ਸਾਰੇ ਦੇ ਕਰ ਵਿੱਚ ਰਿਹਾ। ਕਿਤੇ ਨਾ ਕਿਤੇ ਕੋਈ ਤਾਲਮੇਲ ਨਜ਼ਰ ਨਹੀਂ ਆ ਰਿਹਾ। ਔਰ ਉਹਨਾਂ ਦੀ ਕੈਬਨਿਟ ਦਾ ਇੱਕ ਮੰਤਰੀ ਫੌਜਾ ਸਿੰਘ ਹੈ, ਉਹ ਕਹਿੰਦਾ ਜੀ ਮੈਂ ਉਸ ਮੰਤਰੀ ਦੇ ਆਧਾਰ ਤੇ ਮਾਫੀ ਮੰਗਦਾ। ਹੂੰ। ਉਹੀ ਹੈ ਕਿ ਜਿਹੜੇ ਦੋ ਤਰ੍ਹਾਂ ਦੇ ਜਿਹੜੇ ਵਿਚਾਰ ਹੈ, ਦੇਖੋ ਕੁਝ ਜਿਹੜੇ ਜਿਵੇਂ ਮੰਤਰੀ ਆ ਜਿਹੜੇ ਉਹ ਜਿਹੜੀ ਗੱਲ ਕਹਿ ਰਹੇ ਆ ਉਹਦੀ ਥੋੜੀ ਬਹੁਤ ਸੈਂਸ ਬਣਦੀ ਹੈ ਕਿ ਸਾਡੀ ਆਪਣੀ ਸਰਕਾਰ, ਉਹ ਇਹ ਗੱਲ ਦਾ ਭਗਵੰਤ ਮਾਨ ਹੁਣੀ ਵੀ ਜਦੋਂ ਇਹ ਕਹਿੰਦੇ ਆ ਕਿ ਮੈਨੂੰ ਹਮਦਰਦੀ ਹੈ, ਤਾਂ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੈ ਵੀ ਮੈਂ ਮੁੱਖ ਮੰਤਰੀ ਹਾਂ ਤੇ ਮੇਰੀ ਸਰਕਾਰ ਹੈ, ਇਹ ਸਾਡੀ ਆਪਣੀ ਪਾਰਟੀ ਦੀ ਸਰਕਾਰ ਹੈ, ਸਾਡੇ ਆਪਣੇ ਅਦਾਰੇ, ਇਹਨਾਂ ਨੂੰ ਸੁਧਾਰਨਾ ਸੀ। ਪਰ ਦੂਜੇ ਪਾਸੇ ਜਿਹੜੇ ਸਿਹਤ ਮੰਤਰੀ ਹੈ, ਸਾਨੂੰ ਸਾਰਿਆਂ ਨੂੰ ਪਤਾ, ਚਲੋ ਨਵੇਂ ਬੰਦੇ ਆ, ਹਲੇ ਥੋੜਾ ਟਾਈਮ ਲੱਗੂਗਾ ਸਿੱਖਣ ਲਈ, ਪਰ ਉਹਦੇ 'ਚ ਕੋਈ ਨਹੀਂ, ਟਾਈਮ ਉਹਨਾਂ ਨੂੰ ਬੜਾ ਮਿਲ ਜਾਣਾ, ਆਉਣ ਵਾਲੇ ਟਾਈਮ ਦੇ ਵਿੱਚ ਸੁਧਾਰ ਕਰਨ ਲਈ ਬੜਾ ਸਮਾਂ ਉਹਨਾਂ ਕੋਲ ਮਿਲ ਜਾਣਾ। 5 ਸਾਲ ਦੀ ਸਰਕਾਰ ਹੈ। ਪਰ ਗੱਲ ਇਹ ਹੈ ਵੀ ਉਹਨਾਂ ਨੂੰ ਆਪਣਾ ਜਿਹੜਾ ਇਹ ਸਮਝਣਾ ਪੈਣਾ ਵੀ ਅਸੀਂ ਹੁਣ ਸਰਕਾਰ ਦੇ ਵਿੱਚ ਹੈ ਤੇ ਸਰਕਾਰ ਨੂੰ ਚਲਾਉਣਾ ਇੱਕ ਸੀਰੀਅਸ ਬਿਜ਼ਨਸ ਹੈ। ਲੋਕ ਜਿਹੜੇ ਹੈ ਉਹਨਾਂ ਤੋਂ ਆਸ ਕਰਦੇ ਆ ਕਿ ਜਿਹੜੇ ਮਸਲੇ ਪਏ ਹੋਏ ਆ ਥੱਲੇ, ਉਹਨਾਂ ਦਾ ਹੱਲ ਕਰਨ ਦੀ ਮੁੱਖ ਜ਼ਿੰਮੇਵਾਰੀ ਉਹਨਾਂ ਦੀ ਸਰਕਾਰ ਦੀ ਆਪਣੀ ਹੈ। ਅਦਾਰੇ ਜਿੰਨੇ ਮਾੜੇ ਹੋਣ, ਜਿਹੇ ਜਿਹੇ ਮਰਜ਼ੀ ਮੁਲਾਜ਼ਮ ਹੋਣ, ਉਹਨਾਂ ਨੂੰ ਉਹਨਾਂ ਤੋਂ ਕੰਮ ਲੈਣਾ ਘੱਟੋ ਘੱਟ ਹੁਣ ਜਦੋਂ ਉਹ ਸਰਕਾਰ ਦੇ ਵਿੱਚ ਹੈ ਤਾਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ, ਉਹ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤਾਂ ਉਹਨਾਂ ਨੂੰ ਇਹ ਗੱਲ ਮੇਰੇ ਖਿਆਲ ਨਾਲ ਸਮਝਣ ਦੀ ਲੋੜ ਹੈ। ਪਰ ਸ਼ਾਇਦ ਇਹ ਵੀ ਹੋ ਸਕਦਾ ਕਿ ਇਹਦੇ ਵਿੱਚ ਇੱਕ ਐਂਗਲ ਇਹ ਵੀ ਹੋ ਸਕਦਾ ਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿਹੜੇ 2 ਪਾਵਰ ਸੈਂਟਰ ਹੈ, ਕਿ ਹੋ ਸਕਦਾ ਇਹ ਕਸ਼ਮਕਸ਼ ਨੂੰ ਥੋੜਾ ਜਿਹਾ ਜ਼ਿਆਦਾ ਜਾਣਬੁੱਝ ਕੇ ਵਧਾਇਆ ਜਾ ਰਿਹਾ ਹੋਵੇ। ਨਹੀਂ, ਉਹ ਇਹੀ ਹੈ ਨਾ ਜਸਪਾਲ ਜੀ, ਪਰ ਉਹ 2 ਪਾਵਰ ਸੈਂਟਰਾਂ ਦਾ ਖਮਿਆਜ਼ਾ ਤਾਂ ਜਿਹੜਾ ਪੰਜਾਬ ਨੂੰ ਭੁਗਤਣਾ ਪੈ ਰਿਹਾ, ਪੰਜਾਬ ਸੂਬੇ ਨੂੰ ਭੁਗਤਣਾ ਪੈ ਰਿਹਾ, ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਹਾਂ ਬਿਲਕੁਲ, ਕਿਉਂਕਿ ਜਿਹੜੀ ਹੈ ਕੈਬਨਿਟ ਬਣੀ ਹੋਈ ਹੈ, ਕੈਬਨਿਟ ਦੇ ਵਿੱਚ ਜਿਹੜੇ ਵੱਖ-ਵੱਖ ਮੰਤਰੀ ਹੈ, ਉਹਨਾਂ ਨੇ ਆਪਣੇ-ਆਪਣੇ ਮਹਿਕਮਿਆਂ ਦਾ ਕੰਮ ਕਰਨਾ ਹੈ, ਜਵਾਬਦੇਹੀ ਤਾਂ ਉਹਨਾਂ ਦੀ ਬਣਦੀ ਹੈ। ਜਿਹੜੇ ਉਹ ਪਾਵਰ ਸੈਂਟਰ ਦੀ ਅਸੀਂ ਗੱਲ ਕਰ ਰਹੇ ਹਾਂ, ਚਾਹੇ ਉਹ ਐਡਵਾਈਜ਼ਰੀ ਬੋਰਡ ਬਣਾ ਰਹੇ ਆ, ਚਾਹੇ ਆਈਟੀ ਸੈੱਲ ਹੈ, ਉਹ ਤਾਂ ਲੱਖ-ਲੱਖ 50-50 ਹਜ਼ਾਰ ਤੇ ਰੱਖੇ ਹੋਏ ਮੁਲਾਜ਼ਮ ਹੈ, ਕੱਚੇ ਮੁਲਾਜ਼ਮ ਹੈ, ਉਹਨਾਂ ਦੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੈ। ਨਾ ਉਹਨਾਂ ਦੀ ਸੰਵਿਧਾਨ ਦੇ ਹਿਸਾਬ ਨਾਲ ਕੋਈ ਅਕਾਊਂਟੇਬਿਲਟੀ ਹੈ, ਨਾ ਉਹਨਾਂ ਤੋਂ ਕਿਸੇ ਨੇ ਪੁੱਛਣਾ। ਬਾਅਦ 'ਚ ਪੁੱਛਿਆ ਤਾਂ ਇਹਨਾਂ ਨੂੰ ਤੋਂ ਹੀ ਜਾਣਾ ਜਿਹੜੇ ਸਰਕਾਰ ਇਸ ਵੇਲੇ ਚਲਾ ਰਹੇ। ਜੀ, ਜੀ। ਤਾਂ ਉਹਦੇ ਵਿੱਚ ਜਸਪਾਲ ਜੀ ਕਿਤੇ ਨਾ ਕਿਤੇ ਤਾਂ ਇਹ ਵੀ ਫਿਰ ਲੱਗ ਰਿਹਾ ਨਾ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹ ਜਿਹੜੀ ਸਥਿਤੀ ਹੈਗੀ ਹੈ ਉਹ ਜ਼ਿਆਦਾ ਟਕਰਾਅ ਵੱਲ ਵੀ ਜਾ ਸਕਦੀ ਹੈ। ਬਿਲਕੁਲ, ਦੇਖੋ ਟਕਰਾਅ ਤਾਂ ਇਹਦੇ ਵਿੱਚ ਹੋਣਾ ਹੀ ਹੈ, ਕਿਉਂਕਿ ਟਕਰਾਅ ਤਾਂ ਸਾਫ਼ ਦਿਸੀ ਜਾ ਰਿਹਾ, ਕਿਉਂਕਿ ਜਾਂ ਤਾਂ ਬਿਲਕੁਲ ਉਹ
ਹੁਣ ਜਿਹੜਾ ਹੈ ਭਗਵੰਤ ਮਾਨ ਹੋਣੀ ਹੈ, ਬਿਲਕੁਲ ਸਰੈਂਡਰ ਕਰ ਦੇਣ, ਜਾਂ ਜਿਹੜੇ ਬਾਕੀ ਮੰਤਰੀ ਵੀ ਹੈ ਉਹ ਇਹ ਕਹਿ ਦੇਣ ਕਿ ਅਸੀਂ ਹੁਣ ਕੰਮ ਨਹੀਂ ਕਰਾਂਗੇ। ਜੋ ਉਹਨਾਂ ਨੇ ਬਣਾਇਆ ਹੋਇਆ, ਇੱਕ ਐਡਵਾਈਜ਼ਰੀ ਬੋਰਡ ਬਣਾਇਆ, ਚੱਡਾ ਸਾਹਿਬ ਨੂੰ ਉਹਦੇ ਹਜੇ ਚੇਅਰਮੈਨ ਹਜੇ ਨੋਮੀਨੇਟ ਕੀਤਾ ਨਹੀਂ ਗਿਆ ਓਫੀਸ਼ਲੀ। ਸੋ ਉਹ ਤਕਰਾਰ ਦੇ ਵਿੱਚੋਂ ਉਹਨਾਂ ਨੂੰ ਇਹ ਫੈਸਲਾ ਤਾਂ ਇਹੀ ਕਰਨਾ ਪੈਣਾ ਕਿ ਜਾਂ ਤਾਂ ਉਹ ਬਿਲਕੁਲ ਇੱਕ ਸਿੰਬੋਲਿਕ ਹੈਡ ਬਣ ਕੇ ਰਹਿ ਜਾਣ ਕਿ ਮਖੌਟੇ ਦੇ ਤੌਰ ਦੇ ਉੱਤੇ ਮੰਤਰੀ ਨੇ, ਅੱਜ ਵੀ ਜਾਂ ਫਿਰ ਅੱਜ ਵੀ ਅੱਜ ਵੀ ਜਿਸ ਤਰ੍ਹਾਂ ਜਸਪਾਲ ਜੀ ਸ਼ਹੀਦ ਊਧਮ ਸਿੰਘ ਦੇ ਜਿਹੜਾ ਸਮਾਗਮ ਸੀਗਾ ਸੁਨਾਮ ਦੇ ਵਿੱਚ, ਉੱਥੇ ਬੋਲਦਿਆਂ ਵੀ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਹੁਣ ਤੱਕ ਦੀਆਂ 3 ਪ੍ਰਾਪਤੀਆਂ ਗਿਣਾਈਆਂ ਮੁੱਖ ਤੌਰ ਤੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਸ਼ਾਮਲਾਟ ਜ਼ਮੀਨ ਹੈ ਜਾਂ ਪੰਚਾਇਤੀ ਜ਼ਮੀਨ ਹੈ 9053 ਏਕੜ ਉਹ ਖਾਲੀ ਕਰਾਈ ਹੈ। ਦੂਜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪੈਨਸ਼ਨ ਹੈ, ਜਿਹੜੇ ਅੱਗੇ ਵਿਧਾਇਕ ਬਣਦੇ ਸੀ ਉਹਨਾਂ ਨੂੰ ਜਿੰਨੀ ਵਾਰ ਵਿਧਾਇਕ ਬਣਦਾ ਸੀ ਉਨੀਆਂ ਪੈਨਸ਼ਨਾਂ ਮਿਲਦੀਆਂ ਸੀ, ਕਿ ਉਹਨਾਂ ਨੂੰ ਇੱਕ ਪੈਨਸ਼ਨ ਦੇਣ ਦਾ ਫੈਸਲਾ ਕੀਤਾ। ਇੱਕ ਵਾਰੀ ਜਿਹੜਾ ਵਿਧਾਇਕ ਬਣ ਗਿਆ ਉਹਨੂੰ ਇੱਕ ਪੈਨਸ਼ਨ ਮਿਲੇਗੀ, ਦੁਬਾਰਾ ਨਹੀਂ ਉਹਨਾਂ ਨੂੰ ਮਿਲੇਗੀ। ਤੇ ਤੀਸਰਾ ਉਹਨਾਂ ਨੇ 300 ਯੂਨਿਟ ਜਿਹੜੀ ਬਿਜਲੀ ਹੈ ਇਸ ਨੂੰ ਮੁੱਖ ਜਿਹੜੀਆਂ ਆਪਦੀਆਂ ਪ੍ਰਾਪਤੀਆਂ ਦੇ ਤੌਰ ਤੇ ਗਿਣਾਇਆ। ਤੇ ਜਿਹੜੀ ਪੈਨਸ਼ਨਾਂ ਵਾਲੀ ਗੱਲ ਹੈ ਉਹ ਅਜੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ ਕੇਸ, ਕਿਉਂਕਿ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ ਉਹਨਾਂ ਨੇ ਹਾਈ ਕੋਰਟ 'ਚ ਉਸ ਸੰਬੰਧ 'ਚ ਪਟੀਸ਼ਨ ਕੀਤੀ ਹੋਈ ਹੈ। ਇਸ ਤਰ੍ਹਾਂ ਹੀ ਜ਼ਮੀਨਾਂ ਦਾ ਮਾਮਲਾ ਹੈ ਕਿ ਜਿਨ੍ਹਾਂ ਦੇ ਕੋਲ ਜ਼ਮੀਨਾਂ ਸੀ ਉਹ ਆਪੋ ਆਪਣੇ ਦਾਅਵੇ ਪੇਸ਼ ਕਰ ਰਹੇ ਔਰ ਵੱਖ-ਵੱਖ ਕੋਰਟਾਂ ਵਿੱਚ ਵੀ ਕੇਸ ਜਾ ਰਹੇ। ਸੋ ਮਤਲਬ ਲਾਹ ਪਾ ਕੇ ਕੁੱਲ ਅਜੇ ਜਿਹੜੀ ਹੈ ਸਰਕਾਰ ਦੀ ਫਿਰ 4 ਮਹੀਨੇ ਤੋਂ ਵੱਧ ਜਿਹੜਾ ਹੋ ਗਿਆ ਬਣੀ ਨੂੰ, ਤਾਂ ਉਹ ਇਹ ਸੱਚ ਕੋਈ ਪ੍ਰਾਪਤੀ ਵੱਡੀ ਬਹੁਤ ਨਜ਼ਰ ਨਹੀਂ ਆਉਂਦੀ। ਵਾਦ ਵਿਵਾਦ ਜਿਹੜੇ ਉਹ ਜ਼ਿਆਦਾ ਨਜ਼ਰ ਆ ਰਹੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਜਿਹੜੀ ਇਹ ਤਿੰਨੇ ਗੱਲਾਂ ਤੁਸੀਂ ਕਹੀਆਂ ਜਿਹੜੀਆਂ ਪ੍ਰਾਪਤੀਆਂ, ਇਹ ਹੁਣ ਦੇਖਣ ਨੂੰ ਚੰਗੀਆਂ ਪ੍ਰਾਪਤੀਆਂ ਲੱਗਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਦੇ ਤੋਂ ਜਿਹੜੀ ਇੰਟੈਂਸ਼ਨ ਹੈ ਸਰਕਾਰ ਦੀ ਕੁਛ ਕਰਨ ਦੀ ਨਜ਼ਰ ਆਉਂਦੀ ਹੈ। ਕਿ ਸਰਕਾਰ ਜਿਹੜੇ ਜ਼ਮੀਨਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਲੱਖਾਂ ਏਕੜ ਜਿਹੜੇ ਹੈ ਪੰਚਾਇਤੀ ਜ਼ਮੀਨਾਂ, ਵੱਖ-ਵੱਖ ਜਿਹੜੇ ਬਿਊਰੋਕਰੈਟ ਹੈ, ਜਿਹੜੇ ਮੰਤਰੀ ਸੰਤਰੀ ਹੈ ਪੁਰਾਣੀਆਂ ਸਰਕਾਰਾਂ ਦੇ, ਉਹਨਾਂ ਨੇ ਦੱਬੀਆਂ ਹੋਈਆਂ ਨੇ, ਹੋਰ ਵੀ ਲੋਕਾਂ ਨੇ ਦੱਬੀਆਂ ਹੋਈਆਂ, ਉਹਨਾਂ ਨੂੰ ਖਾਲੀ ਕਰਾਉਣਾ ਸੁਪਰੀਮ ਕੋਰਟ ਦਾ ਵੀ ਇੱਕ ਜਿਹੜਾ ਫੈਸਲਾ ਆਇਆ ਹੋਇਆ। ਸੋ ਉਹ ਇੱਕ ਜਿਹੜੀ ਉਹਦੇ ਤੇ ਕਾਰਵਾਈ ਸ਼ੁਰੂ ਕੀਤੀ ਹੈ, ਚੰਗਾ ਕਦਮ ਹੈ। ਪਰ ਸਰਕਾਰ ਨੂੰ ਇਹ ਦੱਸਣਾ ਪੈਣਾ ਕਿ ਇਹ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕਿੱਥੇ ਖੜੀ ਹੈ ਗੱਲ। ਜੇ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਹੈ ਤਾਂ ਉਹ ਮਾਮਲੇ ਤਾਂ ਲਮਕਣੇ ਆ, ਕਾਗਜ਼ਾਂ ਦੇ ਵਿੱਚ ਦਿਖਾਉਣ ਲਈ ਹਰ ਰੋਜ਼ ਜ਼ਰੂਰ ਇਹ ਹੋ ਜਾਊਗਾ ਕਿ ਇੰਨੇ ਏਕੜ ਛਡਾ ਲਈ ਅਸੀਂ। ਉੱਥੇ ਜਾ ਕੇ ਛਡਾਉਣ ਦਾ ਮਤਲਬ ਮੈਨੂੰ ਜੋ ਸਮਝ ਆ ਰਿਹਾ ਇਸ ਵੇਲੇ ਸਰਕਾਰ ਦਾ ਇੰਨਾ ਕੀ ਹੈ ਕਿ ਉੱਥੇ ਜਾਓ, ਟੀਵੀ ਕੈਮਰੇ ਲੈ ਕੇ ਨਾਲ ਤੇ ਮੀਡੀਆ ਨੂੰ ਲੈ ਕੇ ਜਾਓ ਤੇ ਉੱਥੇ ਜਾ ਕੇ ਕਬਜ਼ਾ ਲੈ ਲਓ। ਕਬਜ਼ਾ ਲੈਣ ਤੱਕ ਸੀਮਤ ਹੈ। ਸੋ ਕਬਜ਼ਾ ਲੈ ਕੇ ਦੂਜੇ ਦਿਨ ਚਾਹੇ ਉਹੀ ਪਾਰਟੀ ਦੁਬਾਰਾ ਤੋਂ, ਕਿਉਂਕਿ ਅਗਰ ਕੋਰਟ 'ਚ ਮਾਮਲਾ ਚੱਲ ਰਿਹਾ, ਉਹ ਅਗਰ ਸਰਕਾਰ ਜੇ ਇਸ ਗੱਲ ਤੇ ਤੁਲੀ ਹੋਈ ਆ, ਉਹ ਪੁਲਿਸ ਕੋਲ ਤਾਂ ਜਾਊਗਾ ਨਹੀਂ ਬੰਦਾ ਇਸ ਗੱਲ ਲਈ ਵੀ ਕਬਜ਼ਾ ਮੈਨੂੰ ਦੁਬਾਰਾ ਦਿਵਾਓ। ਪਰ ਪੁਲਿਸ ਨੇ ਤਾਂ ਰੋਜ਼ ਉੱਥੇ ਬਹਿਣਾ ਨਹੀਂ ਹੈ, ਦੁਬਾਰਾ ਤੋਂ ਫਿਰ ਕਬਜ਼ਾ ਜਿਹੜਾ ਹੈ ਉਹ ਬੰਦੇ ਦੇ ਕੋਲ ਹੀ ਚਲਿਆ ਜਾਣਾ ਜਾਂ ਲੈ ਲੈਣਾ ਉਹਨੇ। ਹੁਣ ਕਿੰਨੇ ਕੁ ਕਬਜ਼ੇ ਸਰਕਾਰ ਨੇ ਛਡਾ ਲਿਆ, ਕਬਜ਼ਿਆਂ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਉਸ ਪਾਸੇ ਜ਼ਿਆਦਾ ਧਿਆਨ ਹੈ। ਪਰ ਹੁਣ ਇਹ ਸਰਕਾਰ ਇਹ ਦੱਸੂਗੀ ਕਿ ਕਿੰਨੇ ਕੁ ਹਜ਼ਾਰ ਏਕੜ ਜਿਹੜੇ ਉਹ ਕਹਿ ਰਹੇ ਆ, ਉਹਦੇ ਵਿੱਚੋਂ ਐਕਚੁਅਲੀ ਕਿੰਨਾ ਕੁ ਜਿਹੜਾ ਖਾਲੀ ਕਰਾਏ ਗਏ। ਉਹ ਤਾਂ ਜਸਪਾਲ ਜੀ 25,000 ਏਕੜ ਤਾਂ ਜਿਹੜੀ ਹੈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਜਿਹੜਾ ਕਮਿਸ਼ਨ ਬਣਿਆ ਸੀ ਉਹਨੇ ਹੀ ਕੱਢੀ ਸੀ, ਜਿਹੜੀ ਚੰਡੀਗੜ੍ਹ ਦੇ ਆਸੇ-ਪਾਸੇ ਹੈਗੀ ਹੈ। ਹਾਂ, ਉਹ ਆਇਡੈਂਟੀਫਾਈ ਕੀਤੀ ਹੋਈ ਹੈ, ਉਹਨੂੰ ਛਡਾਉਣ ਦੀ ਗੱਲ ਹੈ। ਛਡਾਉਣ ਦੀ ਗੱਲ ਵੀ ਮੈਂ ਜਿਵੇਂ ਗੱਲ ਕਹੀ ਆ, ਉਹ ਐਡਾ ਸੌਖਾ ਪ੍ਰੋਸੈਸ ਨਹੀਂ ਹੈ। ਅਗਰ ਕੋਰਟਾਂ ਦੇ ਵਿੱਚ ਕੇਸ ਚੱਲ ਰਿਹਾ ਹੈ, ਪੰਚਾਇਤਾਂ ਵੀ ਇਨਵੋਲਵ ਹੈ, ਵੱਖ-ਵੱਖ ਜਿਹੜੇ ਉਹਦੇ 'ਚ ਪਾਰਟੀਆਂ ਇਨਵੋਲਵ ਹੁੰਦੀਆਂ ਇੱਦਾਂ ਦੇ ਝਗੜਿਆਂ 'ਚ, ਕੋਈ ਇੱਕ ਤਾਂ ਹੁੰਦਾ ਨਹੀਂ ਹੈ। ਜਦ ਤੱਕ ਕੋਰਟਾਂ ਦੇ ਫੈਸਲੇ ਨਹੀਂ ਹੁੰਦੇ, ਹਾਈ ਕੋਰਟ, ਸੁਪਰੀਮ ਕੋਰਟ, ਥੱਲੇ ਕੋਰਟ, ਲੋਅਰ ਕੋਰਟ, ਸਾਨੂੰ ਪਤਾ ਹੀ ਹੈ ਕਿੰਨਾ ਲੰਮਾ ਪ੍ਰੋਸੀਜਰ ਹੈ। ਉਹਦੇ ਵਿੱਚ ਜਿਹੜਾ ਹੈ ਠੀਕ ਹੈ, ਉਹ ਪੋਲੀਟੀਕਲੀ ਉਹਨਾਂ ਨੂੰ ਮਾਈਲੇਜ ਉਹਦੇ 'ਚੋਂ ਮਿਲਦੀ ਰਹੂਗੀ, ਜਿੰਨਾ ਕੋ ਕਾਰਵਾਈ ਪਾ ਰਹੇ ਆਪਣੀ, ਉਹਨਾਂ ਲਈ ਕੋਈ ਮਾੜੀ ਗੱਲ ਨਹੀਂ ਹੈ। ਜਿਹੜੀ ਪੈਨਸ਼ਨਾਂ ਦੀ ਗੱਲ ਹੈ, ਉਹ ਇੰਟੈਂਸ਼ਨ ਉਹਦੇ 'ਚ ਵੀ ਚੰਗੀ ਹੈ ਕਿ ਜਿਹੜੇ ਵਾਰ-ਵਾਰ ਵਿਧਾਇਕ ਬਣੇ ਆ ਉਹਨਾਂ ਨੇ ਪੈਨਸ਼ਨਾਂ ਖਤਮ ਕਰਨੀਆਂ, ਪਰ ਇਹਦੇ ਨਾਲ ਕਿੰਨਾ ਕੁ ਪੈਸਾ ਸਰਕਾਰ ਬਚਾਊਗੀ ਇਹ ਵੀ ਦੇਖਣ ਵਾਲੀ ਗੱਲ ਹੈ। ਕਿਉਂਕਿ ਜਿਹੜਾ ਸਰਕਾਰ ਨੂੰ ਜਿਹੜੇ ਪੈਸੇ ਦੀ ਲੋੜ ਹੈ ਕਰਜ਼ਾ ਲਾਉਣ ਲਈ ਵੀ ਤੇ ਅੱਗੇ ਸਕੀਮਾਂ ਨੂੰ ਲਾਗੂ ਕਰਨ ਲਈ, ਸਾਨੂੰ ਪਤਾ ਹੀ ਹੈ ਕਿ ਇਹ ਤਾਂ ਉਹਦੇ ਵਿੱਚੋਂ ਕੁਛ ਵੀ ਬਹੁਤ ਹੀ ਨਿਗੂਣਾ ਜਿਹਾ ਹਿੱਸਾ ਇਹਦੇ ਨਾਲ ਸ਼ਾਇਦ ਹੋ ਸਕੇ। ਤੀਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ, ਜਿਹੜਾ ਬਿਜਲੀ ਵਾਲਾ ਮਾਮਲਾ, ਉਹਦੇ 'ਚ ਵੀ ਸਰਕਾਰ ਦੀ ਇੰਟੈਂਸ਼ਨ ਚੰਗੀ ਹੈ, ਫ੍ਰੀ ਬਿਜਲੀ ਦੇਣ ਵਾਲੀ ਗੱਲ ਹੈ। ਹੁਣ ਪਰ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਉਹ ਲਾਗੂ ਹੋਣਾ ਕਿੰਨਿਆਂ ਕੁ ਨੂੰ ਮਿਲਦੀ ਹੈ। ਹਾਲਾਂਕਿ ਉਹਨਾਂ ਦਾ, ਭਗਵੰਤ ਮਾਨ ਹੋਣਾ ਦਾ ਅੱਜ ਕਹਿਣਾ ਸੀ ਸ਼ੁਰੂਆਤ ਦੇ ਵਿੱਚ 65% ਘਰਾਂ ਨੂੰ ਜਿਹੜੀ ਫ੍ਰੀ ਬਿਜਲੀ ਮਿਲੂਗੀ ਤੇ ਬਿੱਲ ਨਹੀਂ ਆਉਣਗੇ, ਉਹਨਾਂ ਨੂੰ ਬਿੱਲ ਆਉਣਗੇ ਪਰ ਬਿੱਲ ਦੇ ਉੱਤੇ ਪੈਸਾ ਨਹੀਂ ਹੋਊਗਾ ਕੋਈ। ਫਿਰ ਸ਼ਾਇਦ 75% ਘਰਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਇਸ ਸਾਲ ਦੇ ਅੰਤ ਤੱਕ ਉਹਨਾਂ ਨੂੰ ਮਿਲ ਜੂਗਾ।
ਸੋ ਇਹ ਦੇਖਣ ਵਾਲੀ ਗੱਲ ਹੈ, ਪਰ ਉਹਦੇ ਵਿੱਚ ਵੀ ਜੁੜਿਆ ਹੋਇਆ ਸਵਾਲ ਹੈ ਵੀ ਉਹ ਇੱਕ ਪਾਸੇ ਕਹਿ ਰਹੇ ਕਿ ਫ੍ਰੀ ਬਿਜਲੀ ਦੇਣੀ ਹੈ, ਦੂਜੇ ਪਾਸੇ ਕਹਿ ਰਹੇ ਕਿ ਸਰਕਾਰ ਦੇ ਉੱਤੇ ਬੋਝ ਵੀ ਨਹੀਂ ਪਾਉਣਾ। ਪਰ ਇਹ ਸਾਰਾ ਕੁਝ ਕਰਨਾ ਕਿਵੇਂ ਹੈ ਤੇ ਬੋਝ ਕਿਵੇਂ ਨਹੀਂ ਪੈਣਾ, ਤਾਂ ਉਹ ਜੁਮਲੇਬਾਜ਼ੀ ਦੇ ਵਿੱਚ ਕਹਿ ਦਿੰਦੇ ਆ ਕਿ ਉਹ ਤਾਂ ਅਸੀਂ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਖਜ਼ਾਨਾ ਲੱਭ ਲਿਆ ਹੋਇਆ ਤੇ ਉੱਥੋਂ ਉਹਦੇ ਚੋਂ ਪੈਸਾ ਕੱਢ ਕੇ ਅਸੀਂ ਲਿਆਈ ਜਾਣਾ। ਹੁਣ ਉਹ ਇਹ ਵੀ ਕਹਿੰਦੇ ਆ ਮੈਂ ਕਮਰਸ ਦਾ ਵਿਦਿਆਰਥੀ ਰਿਹਾ, ਮੈਂ ਇਕੋਨਮਿਸਟ ਹਾਂ, ਇਹ ਹੈ ਉਹ ਹੈ। ਉਹ ਕਿਹੇ ਜਿਹੇ ਇਕੋਨਮਿਸਟ ਹੈ, ਕਿਹੇ ਜਿਹੇ ਕਮਰਸ ਦੇ ਵਿਦਿਆਰਥੀ ਹੈ ਵੀ ਜਿਹੜੇ ਕਹਿ ਰਹੇ ਆ ਕਿ ਪਹਾੜੀਆਂ ਦੇ ਵਿੱਚੋਂ ਅਸੀਂ ਪੱਟ ਕੇ ਜਿਹੜਾ ਪੈਸਾ ਕਰਜ਼ਾ ਵੀ ਲਾ ਦੇਣਾ ਉਹਦੇ ਨਾਲ ਤੇ ਅਸੀਂ ਸਰਕਾਰ ਵੀ ਅੱਗੇ ਚਲਾ ਲੈਣੀ। ਇਹਦੇ ਤੋਂ ਸਾਨੂੰ ਪਤਾ ਹੀ ਲੱਗਦਾ ਵੀ ਕਿਹੋ ਜਿਹੀ ਸਰਕਾਰ ਦਾ ਜਿਹੜਾ ਹੈ ਅੱਗੇ ਫਿਊਚਰ ਦਿਖਾਈ ਦੇ ਰਿਹਾ। ਜਸਪਾਲ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ, ਤੁਸੀਂ ਕੋਈ ਆਖਰੀ ਇਹਦੇ ਤੇ ਆਪਣੇ 2 ਪਾਵਰ ਸੈਂਟਰ ਵਾਲੀ ਜਿਹੜੀ ਤੁਸੀਂ ਗੱਲ ਕਹੀ ਹੈ, ਇਹਦੇ ਤੇ ਕੋਈ ਟਿੱਪਣੀ ਕਰਨੀ ਹੋਵੇ ਤਾਂ? ਦੇਖੋ, ਸਿੱਧੀ ਜੀ ਗੱਲ ਹੈ, ਮੇਰਾ ਸਿੱਧਾ ਜਿਹਾ ਇਹਦੇ ਵਿੱਚ ਕਹਿਣਾ ਇਹ ਹੈ ਕਿ ਜਦ ਤੱਕ ਪੰਜਾਬ ਦੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਹੈ ਇਹ ਫੈਸਲਾ ਨਹੀਂ ਕਰਦੇ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਨਾ ਤੇ ਜਿਹੜੇ ਅਸਲੀ ਮਸਲੇ ਆ ਪੰਜਾਬ ਦੇ ਉਹ ਹੱਲ ਕਰਨੇ ਆ, ਉਹਦੇ ਬਾਰੇ ਸੋਚਣਾ ਤੇ ਸਟੈਂਡ ਲੈਣਾ। ਜੇ ਤਾਂ ਉਹ ਇਸ ਗੱਲ ਲਈ ਤਿਆਰ ਹੋ ਗਏ ਜਦੋਂ, ਤਾਂ ਉਹਨਾਂ ਨੂੰ ਅਗਲਾ ਕਦਮ ਇਹ ਚੁੱਕਣਾ ਚਾਹੀਦਾ ਕਿ ਆਪਣੀ ਟੀਮ ਹੈ ਜਿਹੜੀ ਵੱਖ-ਵੱਖ ਜਿਹੜੇ ਜੇ ਉਹਨਾਂ ਨੇ ਮੰਨ ਲਓ ਬਜਟ ਸਰਕਾਰ ਲਈ ਪੈਸਾ ਇਕੱਠਾ ਕਰਨਾ ਤਾਂ ਇੱਕ ਟੀਮ ਬਣਾਉਣ, ਇੱਕ ਟਾਸਕ ਫੋਰਸ ਬਣਾਉਣ ਜਿਹਦੇ 'ਚ ਸਾਰੇ ਚੰਗੇ ਇਕੋਨਮਿਸਟ ਆ ਜਿਹੜੇ ਵੱਖ-ਵੱਖ ਥਾਵਾਂ ਦੇ ਬੜੇ ਲੋਕ ਬੈਠੇ ਹੋਏ ਆ, ਉਹਨਾਂ ਦੀ ਇੱਕ ਟੀਮ ਬਣਾਉਣ, ਉਹਨਾਂ ਨੂੰ ਹੌਲੀ-ਹੌਲੀ ਫਿਰ ਇੰਪਲੀਮੈਂਟ ਕਰਨ ਵਾਲੇ ਪਾਸੇ ਸੀਰੀਅਸਲੀ ਜਿਹੜੀਆਂ ਰੋਜ਼ਾਨਾ ਦੀਆਂ ਸੁਰਖੀਆਂ ਬਟੋਰਨ ਵਾਲਾ ਜਿਹੜਾ ਟਰੈਂਡ ਹੈ ਨਾ ਉਹਨੂੰ ਛੱਡ ਕੇ ਲੰਮੇ ਸਮੇਂ ਦੀ ਕੋਈ ਪਲਾਨ ਬਣਾਉਣੀ ਪੈਣੀ ਹੈ। ਉਹਦੇ ਬਾਰੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਉਹਦੇ ਠੀਕ ਆ, ਉਹ ਆਮ ਘਰ 'ਚ ਉੱਠੇ ਹੋਏ ਆ, ਉਹਨਾਂ ਦੀ ਬੈਕਗਰਾਊਂਡ ਬੜੀ ਅੱਛੀ ਹੈ, ਉਹਨਾਂ ਦਾ ਇਰਾਦਾ ਵੀ ਅੱਛਾ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਰਾਦੇ ਤੋਂ ਇਲਾਵਾ ਐਕਚੁਅਲ ਜਿਹੜੇ ਮਸਲੇ ਹੁੰਦੇ ਆ ਉਹਨਾਂ ਦੇ ਹੱਲ ਕੱਢਣ ਲਈ ਇੱਕ ਖਾਕਾ ਚਾਹੀਦਾ, ਇੱਕ ਪਲਾਨ ਚਾਹੀਦੀ ਹੈ ਤੇ ਸੀਰੀਅਸਲੀ ਉਹਦੇ ਉੱਤੇ ਕੰਮ ਕਰਨ ਦੀ ਲੋੜ ਪੈਣੀ ਉਹਨਾਂ ਨੂੰ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਕਿਵੇਂ ਕਰਨਗੇ ਜਾਂ ਕਰਨ ਲਈ ਵਾਲੇ ਪਾਸੇ ਜਾਣਗੇ ਵੀ ਜਾਂ ਨਹੀਂ। ਦੋਸਤੋ, ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਸਪਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ।